TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਮੂਸੇਵਾਲਾ ਦੇ ਕਾਤਲਾਂ ਦੀ ਹੋਈ ਪਛਾਣ। ਮੂਸੇਵਾਲਾ ਕਤਲ ਕਾਂਡ ਵਿੱਚ ਦੋਸ਼ੀਆਂ ਨੂੰ ਪਨਾਹ ਦੇਣ ਵਾਲਾ ਗ੍ਰਿਫਤਾਰ। ਪੁਲਿਸ ਨੂੰ ਗੈਂਗਸਟਰਾਂ ਵੱਲੋਂ ਮਿਲਣ ਲੱਗੀਆਂ ਧਮਕੀਆਂ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਵਾਲ। ਘੱਲੂਘਾਰਾ ਦਿਵਸ ਮੌਕੇ ਦਰਬਾਰ ਸਾਹਿਬ ਵਿੱਚ ਬੇਅਦਬੀ ਹੋਣੋਂ ਬਚੀ। ਪੰਜਾਬ ਵਿੱਚ ਦਸਤੀ ਅਸਟਾਮ ਪੇਪਰ ਖਤਮ ਕਰਨ ਨੂੰ ਹਰੀ ਝੰਡੀ। ਅਤੇ ਪੰਜਾਬ ਸਰਕਾਰ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਹੜਤਾਲ ਨੂੰ ਐਲਾਨਿਆ ਗੈਰ ਕਾਨੂੰਨੀ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਕੀਤੀਆਂ ਜਾਣਗੀਆਂ। ਇਹਦੇ ਤੋਂ ਪਹਿਲਾਂ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਵੇ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਤਸੱਲੀ ਦੇ ਨਾਲ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਕਰਨ ਦੀ ਢਿੱਲ ਨਾ ਕਰਿਓ। ਦੂਸਰੀ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਵਿਸਥਾਰ ਨਾਲ ਵਿਚਾਰੀਏ। ਬੀਤੀ 29 ਤਰੀਕ ਤੋਂ ਹਰ ਇੱਕ ਦੀ ਜ਼ੁਬਾਨ ਤੇ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਕੌਣ ਕਰ ਗਿਆ, ਕਤਲ ਹੋਇਆ ਕਿਉਂ, ਮਾਪਿਆਂ ਦਾ ਕਸੂਰ ਕੀ ਸੀ, ਸਿੱਧੂ ਮੂਸੇਵਾਲੇ ਨੂੰ ਕਤਲ ਕਿਉਂ ਕਰ ਦਿੱਤਾ ਗਿਆ। ਹਰ ਰੋਜ਼ ਨਿੱਤ ਨਵੇਂ ਖੁਲਾਸੇ ਹੋ ਰਹੇ ਨੇ। ਕਦੇ ਕਿਹਨੇ ਜੀਪ ਲਿਆ ਕੇ ਦਿੱਤੀ, ਕਿੱਥੋਂ ਬਲੈਰੋ ਆਈ, ਕਿੱਥੋਂ ਕਰੋਲਾ ਆਈ, ਕਿਹਦੇ ਕਹਿਣ ਤੇ ਆਈ, ਕੌਣ ਰੇਕੀ ਕਰਦਾ ਰਿਹਾ, ਕਿੰਨੇ ਦਿਨ ਰੇਕੀ ਕਰਦਾ ਰਿਹਾ। ਤੇ ਬਹੁਤ ਸਾਰੀਆਂ ਖਬਰਾਂ ਹੁਣ ਤੱਕ ਆਪਣੇ ਸਾਹਮਣੇ ਆ ਚੁੱਕੀਆਂ ਨੇ ਤੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਨੇ। ਹਾਲਾਂਕਿ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਵਾਰ-ਵਾਰ ਆਖਿਆ ਕਿ ਕਿਰਪਾ ਕਰਕੇ ਅਫਵਾਹਾਂ ਨਾ ਫੈਲਾਓ, ਸਾਨੂੰ ਦੁੱਖ ਪਹੁੰਚਦਾ ਹੈ। ਪਰ ਇਹਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਹਟ ਨਹੀਂ ਰਹੇ। ਪਰ ਹੁਣ ਖਬਰ ਇਹ ਦਿੱਤੀ ਜਾ ਰਹੀ ਹੈ ਕਿ ਕਤਲकांड ਦੇ ਨਾਲ ਸੰਬੰਧਿਤ ਕੁਝ ਵਿਅਕਤੀਆਂ ਨੂੰ ਇਸ ਵਕਤ ਪੁਲਿਸ ਨੇ ਆਪਣੇ ਦਾਇਰੇ ਵਿੱਚ, ਆਪਣੇ ਘੇਰੇ ਵਿੱਚ ਲਿਆ ਕੇ ਉਹਨਾਂ ਦੀ ਸ਼ਨਾਖਤ ਕਰ ਦਿੱਤੀ ਹੈ। ਖਾਸ ਕਰਕੇ ਜਿਹੜੇ ਸ਼ਾਰਪ ਸ਼ੂਟਰ ਨੇ ਉਹ ਬੇਨਕਾਬ ਹੋ ਗਏ ਦੱਸੇ ਜਾ ਰਹੇ ਨੇ। ਪੰਜਾਬ ਪੁਲਿਸ ਨੇ ਇਹਨਾਂ ਕਾਤਲਾਂ ਦੀ ਪਛਾਣ ਕਰ ਲਈ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ 3 ਪੰਜਾਬ ਨਾਲ ਸੰਬੰਧਿਤ ਨੇ, 2 ਹਰਿਆਣਾ ਨਾਲ ਸੰਬੰਧਿਤ ਨੇ, 2 ਮਹਾਰਾਸ਼ਟਰ ਦੇ ਨਾਲ ਸੰਬੰਧਿਤ ਨੇ। ਅਤੇ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇਹਨਾਂ ਸਾਰੇ ਸ਼ੂਟਰਾਂ ਦਾ ਕਨੈਕਸ਼ਨ ਲਾਰੈਂਸ ਬਿਸ਼ਨੋਈ ਦੇ ਨਾਲ ਦੱਸਿਆ ਜਾ ਰਿਹਾ। ਉਹਦਾ ਕਾਰਨ ਹੈ, ਬੀਤੇ ਦਿਨੀ ਬਿਸ਼ਨੋਈ ਨੇ ਇੱਕ ਤਾਂ ਆਖ ਦਿੱਤਾ ਸੀ ਕਿ ਮੈਂ ਕਤਲ ਨਹੀਂ ਕੀਤਾ, ਪਰ ਇਹ ਜ਼ਰੂਰ ਕਹਿ ਦਿੱਤਾ ਸੀ ਕਿ ਹਾਂ ਮੇਰੇ ਗਰੁੱਪ ਦੇ ਸ਼ੂਟਰਾਂ ਨੇ ਕੀਤਾ ਹੈ। ਨਾਲ ਉਹਨੇ ਇਹ ਵੀ ਦੱਸ ਦਿੱਤਾ ਸੀ ਕਿ ਇਹਦਾ ਮਾਸਟਰਮਾਈਂਡ ਕੌਣ ਹੈ। ਹੁਣ ਦੱਸਣਾ ਬਣਦਾ ਹੈ ਕਿ ਮੂਸੇਵਾਲਾ ਦੇ ਸਰੀਰ ਤੇ ਲਗਭਗ 2 ਦਰਜਨ ਦੇ ਨੇੜੇ ਤੇੜ ਗੋਲੀਆਂ ਲੱਗੀਆਂ ਹੋਈਆਂ ਸੀ। ਬਹੁਤ ਬੇਰਹਿਮੀ ਦੇ ਨਾਲ ਦਿਨ ਦਿਹਾੜੇ ਸਿੱਧੂ ਦਾ ਕਤਲ ਕੀਤਾ ਗਿਆ। ਪੋਸਟਮਾਰਟਮ ਦੀ ਜਿਹੜੀ ਰਿਪੋਰਟ ਸੀ ਉਹ ਤੁਹਾਡੇ ਨਾਲ ਬੀਤੇ ਦਿਨੀ ਸਾਂਝੀ ਕੀਤੀ ਸੀ ਕਿ ਤਕਰੀਬਨ ਗੋਲੀਆਂ ਲੱਗਣ ਤੋਂ 16 ਮਿੰਟ ਬਾਅਦ ਸਿੱਧੂ ਦੀ ਮੌਤ ਹੁੰਦੀ ਹੈ। ਅਤੇ ਉਸ ਰਿਪੋਰਟ ਦੇ ਮੁਤਾਬਕ ਸਰੀਰ ਦੇ ਵਿੱਚੋਂ ਜ਼ਿਆਦਾ ਖੂਨ ਨਿਕਲਣ ਕਾਰਨ ਉਹਨਾਂ ਦੀ ਮੌਤ ਹੋਈ ਸੀ। ਹਮਲੇ ਦੇ ਵਿੱਚ ਇਹ ਵੀ ਦੱਸਿਆ ਗਿਆ ਸੀ ਉਸ ਦੇ ਕਈ ਅੰਗ ਵੀ ਸਰੀਰ ਦੇ ਨੁਕਸਾਨੇ ਗਏ ਸੀ ਤੇ ਗੋਲੀਆਂ ਬਹੁਤ ਜ਼ਿਆਦਾ ਮਾਰੀਆਂ ਸੀ, ਬੇਰਹਿਮੀ ਨਾਲ ਨੇੜਿਓਂ ਮਾਰੀਆਂ ਸੀ। ਮੂਸੇਵਾਲਾ ਕਤਲकांड ਦੇ ਵਿੱਚ ਸ਼ਾਮਲ ਸ਼ੂਟਰਾਂ ਦੀ ਜਿਹੜੀ ਪਛਾਣ ਹੋਈ ਹੈ ਉਹਦੇ ਤੋਂ ਬਾਅਦ 4 ਸੂਬਿਆਂ ਦੀ ਪੁਲਿਸ ਉਹਨਾਂ ਦੇ ਪਿੱਛੇ ਹੁਣ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਪੰਜਾਬ, ਹਰਿਆਣਾ, ਰਾਜਸਥਾਨ ਤੇ ਦਿੱਲੀ ਪੁਲਿਸ ਇਹਨਾਂ ਵਿੱਚ ਸ਼ਾਮਲ ਦੱਸੀ ਜਾ ਰਹੀ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਕਾਤਲਾਂ ਨੂੰ ਹਥਿਆਰ ਅਤੇ ਗੱਡੀਆਂ ਮੁਹੱਈਆ ਕਰਵਾਉਣ ਵਾਲੇ, ਕਤਲ ਤੋਂ ਪਹਿਲਾਂ ਰੁਕਣ ਵਾਸਤੇ ਜਿਨ੍ਹਾਂ ਨੇ ਠਿਕਾਣੇ ਮੁਹੱਈਆ ਕਰਵਾਏ ਸੀ, ਉਹ ਰੇਕੀ ਕਰਨ ਵਾਲਿਆਂ ਤੇ ਵੀ ਪੁਲਿਸ ਲਗਾਤਾਰ ਸ਼ਿਕੰਜੇ ਕੱਸ ਰਹੀ ਹੈ। ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਸੁਭਾਸ਼ ਬਾਨੂਦਾ ਰਾਜਸਥਾਨ ਦਾ, ਸੰਤੋਸ਼ ਯਾਦਵ ਪੂਨਾ ਦਾ, ਸੌਰਵ ਮਹਾਕਾਲ ਇਹ ਵੀ ਮਹਾਰਾਸ਼ਟਰ ਨਾਲ ਸੰਬੰਧਿਤ ਹੈ, ਮਨਜੀਤ ਭੋਲੂ ਪ੍ਰਿਵਰਤ ਫੌਜੀ ਇਹ ਹਰਿਆਣਾ ਨਾਲ ਸੰਬੰਧਿਤ ਹੈ, ਹਰਕਮਲ ਬਠਿੰਡਾ ਨਾਲ ਸੰਬੰਧਿਤ ਹੈ, ਜਗਰੂਪ ਰੂਪਾ ਪਿੰਡ ਜੌੜਾ ਤੇ ਜ਼ਿਲ੍ਹਾ ਤਰਨਤਾਰਨ ਨਾਲ ਸੰਬੰਧਿਤ ਹੈ, ਮਨਪ੍ਰੀਤ ਮੰਨਾ ਵਾਸੀ ਕੁੱਸਾ ਤੇ ਜ਼ਿਲ੍ਹਾ ਮੋਗਾ ਨਾਲ ਸੰਬੰਧ ਦੱਸਿਆ ਜਾ ਰਿਹਾ ਹੈ। ਇਹਨਾਂ ਵਿੱਚੋਂ 3 ਸ਼ਾਰਪ ਸ਼ੂਟਰ ਹਰਕਮਲ, ਰੂਪਾ ਤੇ ਮੰਨਾ ਇਹ ਪੰਜਾਬ ਦੇ ਰਹਿਣ ਵਾਲੇ ਹੈ। ਪੁਲਿਸ ਦੇ ਮੁਤਾਬਕ ਮੂਸੇਵਾਲਾ ਦੇ ਕਤਲ ਤੋਂ 3 ਦਿਨ ਪਹਿਲਾਂ ਇਹ ਸਾਰੇ ਕੋਟਕਪੂਰਾ ਦੇ ਹਾਈਵੇ ਤੇ ਇਕੱਠੇ ਹੁੰਦੇ ਨੇ।
ਉਹਦੇ ਤੋਂ ਬਾਅਦ ਇਹ ਕਿੱਥੇ ਰੁਕੇ, ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ ਕਿ ਉਹਦੇ ਤੋਂ ਬਾਅਦ ਇਹ ਕਿਹਦੇ ਕੋਲ ਰੁਕੇ, ਕਿੱਥੇ ਰੁਕੇ, ਇਹਦੀ ਹਾਲੇ ਜਾਂਚ ਪੜਤਾਲ ਚੱਲ ਰਹੀ ਹੈ। ਇਹਦੇ ਪਿੱਛੇ ਦੋ ਲੋਕਾਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਪੁਲਿਸ ਦੇ ਦੱਸਣ ਦੇ ਅਨੁਸਾਰ 10 ਸ਼ਾਰਪ ਸ਼ੂਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ, 8 ਦੀ ਸ਼ਨਾਖਤ ਕਰ ਲਈ ਗਈ ਹੈ ਤੇ 2 ਹੋਰ ਗੈਂਗਸਟਰ ਇਹਦੇ ਵਿੱਚ ਸ਼ਾਮਲ ਦੱਸੇ ਜਾ ਰਹੇ ਨੇ। ਪਰ ਪੁਲਿਸ ਉਹ ਜਿਹੜੇ 2 ਨਾਮ ਨੇ ਉਹਨਾਂ ਨੂੰ ਫਿਲਹਾਲ ਗੁਪਤ ਰੱਖ ਰਹੀ ਹੈ। ਇਸੇ ਦੌਰਾਨ ਇੱਕ ਵਿਅਕਤੀ ਜਿਹਨੇ ਸਿੱਧੂ ਮੂਸੇਵਾਲੇ ਦਾ ਫੈਨ ਬਣ ਕੇ ਰੇਕੀ ਕੀਤੀ ਸੀ, ਸੰਦੀਪ ਉਰਫ ਕੇਕੜਾ, ਹਰਿਆਣਾ ਦੇ ਸਿਰਸਾ ਜ਼ਿਲ੍ਹੇ ਨਾਲ ਕਾਲਿਆਂਵਾਲੀ ਦੇ ਕਸਬੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮੂਸੇਵਾਲੇ ਦੇ ਘਰ ਦੇ ਬਾਹਰੋਂ ਤਕਰੀਬਨ 45 ਮਿੰਟ ਤੱਕ ਖੜ੍ਹਾ ਰਿਹਾ। ਸੀਸੀਟੀਵੀ ਕੈਮਰਿਆਂ ਵਿੱਚੋਂ ਸਾਰੀਆਂ ਹਰਕਤਾਂ ਉਹਦੀਆਂ ਕੈਦ ਨੇ। ਇਹ ਦੱਸਿਆ ਜਾ ਰਿਹਾ ਕਿ ਸ਼ਾਇਦ ਇਸੇ ਹੀ ਵਿਅਕਤੀ ਨੇ ਕਾਤਲਾਂ ਤੱਕ ਮੁਖਬਰੀ ਕੀਤੀ। ਪੁਲਿਸ ਨੇ ਮੁੱਢਲੀ ਜਾਂਚ ਦੌਰਾਨ ਇਹ ਪਤਾ ਲਾਇਆ ਕਿ ਸਿੱਧੂ ਆਪਣੇ ਸਾਥੀਆਂ ਦੇ ਨਾਲ ਜਦੋਂ ਆਪਣੇ ਘਰ ਦੇ ਵਿੱਚੋਂ ਨਿਕਲਦਾ ਤਾਂ ਕੇਕੜਾ ਉਹਦਾ ਫੈਨ ਬਣ ਕੇ ਉੱਥੇ ਖੜਾ ਵੀ ਰਹਿੰਦਾ, ਉਸ ਤਰ੍ਹਾਂ ਨੂੰ ਚਾਹ ਵੀ ਪੀਂਦਾ ਹੈ ਤੇ ਸਿੱਧੂ ਮੂਸੇਵਾਲੇ ਦੇ ਨਾਲ ਐਨ ਡਰਾਈਵਰ ਵਾਲੀ ਸੀਟ ਦੇ ਕੋਲ ਜਾ ਕੇ ਸੈਲਫੀ ਵੀ ਲੈਂਦਾ ਤੇ ਉਹ ਅੰਦਰ ਵੀ ਝਾਕਦਾ ਕਿ ਨਾਲ ਕੋਈ ਗਨਮੈਨ ਤਾਂ ਨਹੀਂ, ਤੇ ਉੱਥੋਂ ਥਾਰ ਨੂੰ ਫਿਰ ਸਿੱਧੂ ਮੂਸੇਵਾਲਾ ਆਪ ਚਲਾਉਂਦਾ ਤੇ ਇਹ ਸਾਰੀ ਜਾਣਕਾਰੀ ਕਹਿੰਦੇ ਹੈ ਕਿ ਕੇਕੜਾ ਨੇ ਕਾਤਲਾਂ ਤੱਕ ਪੁੱਜਦੀ ਕੀਤੀ। ਦੱਸਣਾ ਬਣਦਾ ਕਿ ਫੁਟੇਜ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਤਕਰੀਬਨ 15 ਕੁ ਮਿੰਟ ਪਹਿਲਾਂ ਦੀ ਹੈ। ਇਹ ਵੀ ਪਤਾ ਲੱਗਿਆ ਕਿ ਕੇਕੜਾ ਦਾ ਕੋਈ ਰਿਸ਼ਤੇਦਾਰ ਮੂਸਾ ਪਿੰਡ ਵਿੱਚ ਰਹਿੰਦਾ ਸੀ। ਜਾਣਕਾਰੀ ਦੇ ਮੁਤਾਬਕ ਗੈਂਗਸਟਰ ਨੇ ਮਾਨਸਾ ਪੁਲਿਸ ਤੇ ਇੱਕ SHO ਸਮੇਤ ਕਈ ਹੋਰ ਪੁਲਿਸ ਅਫਸਰਾਂ ਨੂੰ ਤੁਰੰਤ ਛਾਪੇ ਬੰਦ ਕਰਦੀਆਂ ਚੇਤਾਵਨੀਆਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ। ਹੁਣ ਹੌਸਲੇ ਵੇਖੋ ਗੈਂਗਸਟਰਾਂ ਦੇ, ਜੇਲ੍ਹ ਦੇ ਅੰਦਰੋਂ ਵੀ ਬੈਠ ਕੇ ਸਾਰੀਆਂ ਕਾਰਵਾਈਆਂ ਤੇ ਬਾਹਰੋਂ ਵੀ, ਅਤੇ ਹੁਣ ਜੇਕਰ ਪੁਲਿਸ, ਕਿਉਂਕਿ ਹਾਈ ਪ੍ਰੋਫਾਈਲ ਕੇਸ ਬਣ ਗਿਆ, ਤੁਸੀਂ ਦੇਖੋ ਕਿ ਹਰ ਕਲਾਕਾਰ ਇਹਦੇ ਨਾਲ ਹਰ ਛੋਟੇ ਤੋਂ ਵੱਡਾ ਸਿਆਸਤਦਾਨ ਵੀ ਸਿੱਧੂ ਦੇ ਘਰ ਜਾ ਰਿਹਾ ਹੈ। ਇਸ ਵਕਤ ਸਰਕਾਰ ਤੇ ਵੀ ਤੇ ਪੁਲਿਸ ਤੇ ਵੀ ਬਹੁਤ ਜ਼ਿਆਦਾ ਦਬਾਅ ਹੈ। ਪਰ ਹੁਣ ਸੀਨੀਅਰ ਪੁਲਿਸ ਅਧਿਕਾਰੀ ਦੱਸ ਰਹੇ ਨੇ ਕਿ ਉਹਨਾਂ ਨੂੰ ਕੁਝ ਕੁ ਫੋਨ ਆਉਣੇ ਸ਼ੁਰੂ ਹੋ ਗਏ ਨੇ ਕਿ ਜਾਂਚ ਪੜਤਾਲ ਹੁਣੇ ਬੰਦ ਕਰ ਦਿਓ, ਛਾਪੇ ਮਾਰਨੇ ਬੰਦ ਕਰ ਦਿਓ। ਪਰ ਪੁਲਿਸ ਅਧਿਕਾਰੀ ਕਹਿੰਦੇ ਨੇ, ਪੁਲਿਸ ਅਫਸਰ ਕਹਿੰਦੇ ਨੇ ਕਿ ਪੜਤਾਲ ਦੇ ਵਿੱਚ ਜੁਟੇ ਹੋਏ ਸੀ ਤੇ ਜੁਟੇ ਰਹਾਂਗੇ। ਇਹ ਵੀ ਜਾਣਕਾਰੀ ਮਿਲੀ ਹੈ ਕਿ ਫੋਨ ਕੈਨੇਡਾ ਸਮੇਤ ਕਿਸੇ ਹੋਰ ਮੁਲਕ ਤੋਂ ਜਾ ਰਹੇ ਨੇ, ਜਿਹੜੇ 1 ਟਾਈਮ ਕਾਲ ਵਾਲੇ ਨੰਬਰ ਨੇ ਉਹਨਾਂ ਤੋਂ ਜਾ ਰਹੇ ਨੇ। ਪੁਲਿਸ ਨੂੰ ਸ਼ੱਕ ਹੈ ਕਿ ਫੋਨ ਗੋਲਡੀ ਬਰਾੜ ਜਾਂ ਉਹਦੇ ਨਜ਼ਦੀਕੀਆਂ ਦੇ ਵੱਲੋਂ ਕਰਵਾਏ ਜਾ ਸਕਦੇ ਨੇ। ਇਸ ਪੜਤਾਲ ਦਾ ਵਾਸਤੇ ਕਿ ਇਹਦੀ ਜਾਂਚ ਕੀਤੀ ਜਾਵੇ ਸਾਈਬਰ ਅਤੇ IT ਸੈੱਲ ਨੂੰ ਦੇ ਦਿੱਤੀ ਗਈ ਹੈ ਤੇ ਮਾਨਸਾ ਦੇ SSP ਗੌਰਵ ਤੂਰਾ ਨੇ ਮੰਨਿਆ ਕਿ ਇਸ ਮਾਮਲੇ ਦੇ ਵਿੱਚ ਕੇਕੜਾ ਤੋਂ ਕਾਫੀ ਹੋਰ ਭੇਤ ਖੁੱਲ੍ਹਣ ਦੀ ਉਮੀਦ ਹੈ। ਜਿਹੜੇ ਸ਼ਾਰਪ ਸ਼ੂਟਰਾਂ ਦੀਆਂ ਤਸਵੀਰਾਂ ਸਾਹਮਣੇ ਲਿਆਂਦੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ ਵੀ ਕਾਫੀ ਕੁਝ ਹਾਸਲ ਹੋਣ ਦੀਆਂ ਸੰਭਾਵਨਾਵਾਂ ਨੇ। ਤੇ ਪੁਲਿਸ ਨੂੰ ਡਰਾਉਣ ਦੇ, ਧਮਕਾਉਣ ਦੇ, ਉਹ ਕਹਿੰਦੇ ਜਿੰਨੀ ਮਰਜ਼ੀ ਫੋਨ ਆ ਜਾਣ, ਇਸ ਮਾਮਲੇ ਤੇ ਪੁਲਿਸ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ, ਨਿਡਰਤਾ ਦੇ ਨਾਲ ਕੰਮ ਕਰ ਰਹੀ ਹੈ। ਪੜਤਾਲ ਦੇ ਵਿੱਚੋਂ ਨਵੇਂ ਖੁਲਾਸੇ ਖੁੱਲ੍ਹਣ ਦੀਆਂ, ਪਰਤਾਂ ਖੁੱਲ੍ਹਣ ਦੀਆਂ ਉਮੀਦਾਂ ਵੀ ਨੇ। ਪਰਿਵਾਰ ਨੂੰ ਵੀ ਉਡੀਕ ਹੈ, ਸਿੱਧੂ ਦੇ ਫੈਨਸ ਨੂੰ ਵੀ ਉਡੀਕ ਹੈ ਕਿ ਪਤਾ ਲੱਗੇ ਕਿ ਇਨਸਾਫ ਕਦੋਂ ਮਿਲਦਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੂਸੇਵਾਲੇ ਹੱਤਿਆਕਾਂਡ ਦੇ ਵਿੱਚ 25 ਤੋਂ 30 ਵਿਅਕਤੀ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਕਤਲਕਾਂਡ ਨੂੰ ਐਵੇਂ ਨਹੀਂ ਅੰਜਾਮ ਦੇ ਦਿੱਤਾ ਗਿਆ। ਪੁਲਿਸ ਦੇ ਦੱਸਣ ਅਨੁਸਾਰ ਬਹੁਤ ਵੱਡੀ ਪਹਿਲਾਂ ਸਾਜ਼ਿਸ਼ ਰਚੀ ਗਈ, ਮੁਕੰਮਲ ਤੌਰ ਤੇ ਰੇਕੀ ਕਰਦੇ ਰਹੇ। ਸਿੱਧੂ ਦੀਆਂ ਹਰਕਤਾਂ ਨੂੰ ਉਹ ਕਾਫੀ ਲੰਬੇ ਸਮੇਂ ਤੋਂ ਵਾਚ ਕਰ ਰਹੇ ਸੀ, ਪਰ ਜਿਉਂ ਹੀ ਉਹਨਾਂ ਦਾ ਦਾਅ ਭਰਿਆ ਤੇ ਉਹਨਾਂ ਨੇ ਇਸ ਕਤਲਕਾਂਡ ਨੂੰ ਅੰਜਾਮ ਦੇ ਦਿੱਤਾ। ਹੁਣ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਪਹਿਲਾਂ ਤਾਂ ਇੱਕ ਕੇਕੜਾ ਨਾਮ ਦਾ ਵਿਅਕਤੀ ਗ੍ਰਿਫਤਾਰ ਕਰ ਲਿਆ ਤੇ ਹੁਣ ਖਬਰ ਇਹ ਵੀ ਮਿਲੀ ਹੈ ਕਿ ਇਸੇ ਕਤਲ ਕੇਸ ਦੇ ਵਿੱਚ ਮੋਗਾ ਜ਼ਿਲ੍ਹੇ ਦੀ ਪੁਲਿਸ ਨੇ ਦੂਸਰੀ ਵਾਰ ਹਰਿਆਣਾ ਦੇ ਫਤਿਆਬਾਦ ਜ਼ਿਲ੍ਹੇ ਦੇ ਪਿੰਡ ਮੂਸੇਵਾਲੀ ਤੋਂ ਦਵਿੰਦਰ ਕਾਲਾ ਨੂੰ ਹਿਰਾਸਤ ਵਿੱਚ ਲਿਆ। ਕਾਲਾ ਤੇ ਇਸ ਕਤਲਕਾਂਡ ਦੇ ਦੋਸ਼ੀ ਨੂੰ ਪਨਾਹ ਦੇਣ ਦੇ ਸਬੂਤ ਪੁਲਿਸ ਦੇ ਹੱਥ ਲੱਗ ਗਏ ਹੈ। ਕਾਲਾ ਸਾਲ 2021 ਦੇ ਵਿੱਚ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿੱਚ ਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਦੀ ਦੋਸਤੀ ਹੋ ਗਈ। ਪੁਲਿਸ ਦੇ ਦੱਸਣ ਅਨੁਸਾਰ ਕਾਲਾ ਉਹ ਗੈਂਗਸਟਰਾਂ ਦੇ ਸੰਪਰਕ ਵਿੱਚ ਸੀ ਅਤੇ ਕਾਲੇ ਦੇ ਖਿਲਾਫ ਪੰਜਾਬ ਸਮੇਤ ਕਈ ਥਾਣਿਆਂ ਦੇ ਵਿੱਚ ਨਾਰਕੋਟਿਕਸ ਐਕਟ ਦੀਆਂ ਧਾਰਾਵਾਂ ਦੇ ਤਹਿਤ 6 ਮੁਕੱਦਮੇ ਦਰਜ ਦੱਸੇ ਜਾ ਰਹੇ ਨੇ। ਕਾਲਾ ਪੰਜਾਬ ਪੁਲਿਸ ਦਾ ਭਗੌੜਾ ਹੈ। ਪੁਲਿਸ ਅਨੁਸਾਰ ਪੰਜਾਬ ਪੁਲਿਸ ਦੀ ਮੋਗਾ ਪੁਲਿਸ ਦੀ ਇੱਕ ਟੀਮ ਨੇ ਇੰਸਪੈਕਟਰ ਕਿੱਕਰ ਸਿੰਘ ਦੀ ਅਗਵਾਈ ਦੇ ਹੇਠ ਬੀਤੀ ਦੇਰ ਰਾਤ
ਪਿੰਡ ਮੂਸੇਵਾਲੀ ਦੇ ਵਿੱਚ ਛਾਪੇਮਾਰੀ ਕਰਕੇ ਕਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਕਾਲਾ ਤੇ ਕਤਲ ਦੇ ਵਿੱਚ ਵਰਤੀ ਗਈ ਬਲੈਰੋ ਜੀਪ ਚਲਾਉਣ ਦਾ ਦੋਸ਼ ਹੈ। ਦਵਿੰਦਰ ਨੇ ਪੰਜਾਬ ਦੇ ਕੇਸ਼ਵ ਅਤੇ ਚਰਨਜੀਤ ਨਾਮੀ ਬਦਮਾਸ਼ਾਂ ਨੂੰ 16 ਅਤੇ 17 ਮਈ ਨੂੰ ਆਪਣੇ ਘਰ ਵਿੱਚ ਨਾ ਸਿਰਫ ਖਾਣਾ ਖਵਾਇਆ, ਇਹ ਵੀ ਦੱਸਿਆ ਜਾ ਰਿਹਾ ਕਿ ਉਹਨੇ ਠਹਿਰਨ ਦਾ ਪ੍ਰਬੰਧ ਵੀ ਕੀਤਾ, ਠਾਹਰ ਵੀ ਦਿੱਤੀ। ਇਸ ਸਬੰਧ ਵਿੱਚ 2 ਦਿਨ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਹੈ ਕਿ ਪੰਜਾਬ ਪੁਲਿਸ ਨੇ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਵੀ ਫਤਿਆਬਾਦ ਤੋਂ ਹਿਰਾਸਤ ਵਿੱਚ ਲਿਆ ਸੀ। ਪੁਲਿਸ ਦੇ ਦੱਸਣ ਅਨੁਸਾਰ ਕੇਸ਼ਵ ਅਤੇ ਚਰਨਜੀਤ ਨੇ ਨਸੀਬ ਤੋਂ ਬਲੈਰੋ ਜੀਪ ਲਈ। ਇਹ ਬਲੈਰੋ ਗੱਡੀ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਕਸਬਾ ਰਾਪਤਸਰ ਤੋਂ ਲੈ ਕੇ ਆਏ ਸੀ। ਇਹ ਜੀਪ, ਇਹ ਬਲੈਰੋ ਕਤਲੇਆਮ ਤੋਂ ਪਹਿਲਾਂ ਆਖਰੀ ਵਾਰ ਫਤਿਆਬਾਦ ਦੇ ਇੱਕ ਪਿੰਡ ਬੀਸਲਾ ਦੇ ਵਿੱਚ ਇੱਕ ਪੈਟਰੋਲ ਪੰਪ ਤੇ ਦੇਖੀ ਗਈ ਸੀ, ਜਿੱਥੋਂ ਤੇਲ ਪਵਾਉਂਦੇ ਸੀ ਤੇ ਸੀਸੀਟੀਵੀ ਕੈਮਰੇ ਵਿੱਚੋਂ ਸਭ ਕੁਝ ਕੈਦ ਹੋ ਗਿਆ ਸੀ। ਫਿਲਹਾਲ ਇਹ ਬਲੈਰੋ ਜੀਪ ਕਾਤਲਾਂ ਨੂੰ ਫੜਨ ਦੇ ਵਿੱਚ ਸਹਾਇਕ ਇੱਕ ਕੜੀ ਬਣੀ ਹੈ, ਜਿਹਦੇ ਤੋਂ ਬਾਅਦ ਸਾਰੇ ਸ਼ੂਟਰਾਂ ਦੀ ਪਹਿਚਾਣ ਹੋਈ ਹੈ ਅਤੇ ਰੇਕੀ ਕਰਨ ਵਾਲੇ ਤੇ ਹੋਰਨਾਂ ਲੋਕਾਂ ਤੱਕ ਪਹੁੰਚਣ ਦੇ ਵਿੱਚ ਸਫਲਤਾ ਮਿਲ ਰਹੀ ਹੈ। ਸੂਤਰ ਤਾਂ ਇਹ ਵੀ ਦੱਸਦੇ ਹੈ ਕਿ ਪੰਜਾਬ ਪੁਲਿਸ ਨੇ ਕਤਲ ਦਾ ਪਰਦਾਫਾਸ਼ ਕਰਨ ਲਈ ਹਰਿਆਣਾ, ਪੰਜਾਬ, ਰਾਜਸਥਾਨ ਤੇ ਹੋਰਨਾਂ ਥਾਵਾਂ ਤੇ ਕੁਝ ਇੱਕ ਨਿਸ਼ਾਨਦੇਹੀਆਂ ਵੀ ਕਰ ਲਈਆਂ ਨੇ। ਜਿਹੜੇ 8 ਸ਼ਾਰਪ ਸ਼ੂਟਰਾਂ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਾਸਤੇ ਛਾਪੇਮਾਰੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤੇ ਸੂਚੀਬੱਧ ਸ਼ਾਰਪ ਸ਼ੂਟਰਾਂ ਦਾ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਵਿਅਕਤੀਆਂ ਦੇ ਕੋਲ ਉਹ ਗਏ, ਜਿੱਥੇ ਠਹਿਰੇ, ਕਿਹਨਾਂ ਤੋਂ ਰੇਕੀ ਕਰਵਾਈ, ਉਹਨਾਂ ਦੀਆਂ ਸਾਰੀਆਂ ਸੂਹਾਂ ਪੁਲਿਸ ਤੱਕ ਲੱਗ ਗਈਆਂ ਨੇ ਤੇ ਜਿਸ ਕਰਕੇ ਇਸ ਕਤਲਕਾਂਡ ਦੀਆਂ ਪਰਤ ਦਰ ਪਰਤ ਖੁੱਲ੍ਹ ਰਹੀਆਂ ਨੇ। ਹੁਣ ਇਹ ਕਤਲ ਹੋ ਗਿਆ। ਤੁਹਾਨੂੰ 3 ਦਿਨ ਪਹਿਲਾਂ ਵੀ ਦੱਸਿਆ ਸੀ ਕਿ ਬਹੁਤ ਸਾਰੇ ਸਿਆਸਤਦਾਨ, ਬਹੁਤ ਸਾਰੇ ਪੰਜਾਬ ਦੇ ਕਲਾਕਾਰ, ਅਦਾਕਾਰ ਇਸ ਵਕਤ ਦਹਿਸ਼ਤ ਵਿੱਚ ਨੇ। ਉਹ ਸੋਗ ਪ੍ਰਗਟਾਉਣ ਦੇ ਵਾਸਤੇ ਮੂਸਾ ਪਿੰਡ ਵੀ ਜਾ ਰਹੇ ਨੇ ਤੇ ਨਾਲ ਆਪਣੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਤ ਨੇ। ਪਰ ਇੱਕ ਪਾਸੇ ਇੱਕ ਮਾਂ-ਬਾਪ ਦਾ ਪੁੱਤ ਗਵਾ ਦਿੱਤਾ, ਲੱਖਾਂ ਲੋਕਾਂ ਦਾ ਮਨੋਰੰਜਨ ਕਰਨ ਵਾਲਾ ਇੱਕ ਗਾਇਕ, ਕਲਾਕਾਰ ਇਸ ਜਹਾਨ ਤੋਂ ਤੋੜ ਦਿੱਤਾ। ਪਰ ਮੌਤ ਤੋਂ ਡਰ ਕਿਹਨੂੰ ਨਹੀਂ ਲੱਗਦਾ? ਮੌਤ ਹੋ ਗਈ ਹੈ। ਗੈਂਗਸਟਰ ਚਰਚਾ ਵਿੱਚ ਵੀ ਜ਼ਰੂਰ ਨੇ, ਲੋਕਾਂ 'ਚ ਦਹਿਸ਼ਤ ਵੀ ਹੈ, ਦਹਿਸ਼ਤ ਦਾ ਮਾਹੌਲ ਵੀ ਹੈ। ਪਰ ਕੀ ਸੱਚਮੁੱਚ ਲੋਕਾਂ 'ਚ ਜਾਂ ਕਲਾਕਾਰਾਂ 'ਚ ਜਾਂ ਸਿਆਸਤਦਾਨਾਂ 'ਚ ਹੀ ਹੈ? ਪਰ ਆਹ ਖਬਰ ਤਸਦੀਕ ਕਰੂ ਕਿ ਆਪਣੀ ਜਾਨ ਦਾ ਖੌਅ, ਆਪਣੀ ਜਾਨ ਦਾ ਡਰ ਦਹਿਸ਼ਤਗਰਦਾਂ ਨੂੰ ਵੀ ਹੈ, ਉਹ ਗੈਂਗਸਟਰਾਂ ਨੂੰ ਵੀ ਹੈ ਜਿਹੜੇ ਇਹ ਦਹਿਸ਼ਤ ਫੈਲਾ ਰਹੇ ਨੇ। ਕੋਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਸਹਾਰਾ ਲੈ ਰਿਹਾ ਹੈ, ਕੋਈ ਦਿੱਲੀ ਹਾਈ ਕੋਰਟ ਦੀ ਸ਼ਰਨ ਵਿੱਚ ਜਾ ਰਿਹਾ ਹੈ। ਤੁਹਾਨੂੰ ਦੱਸਿਆ ਸੀ ਕਿ ਬੀਤੇ ਹਫ਼ਤੇ ਲਾਰੈਂਸ ਬਿਸ਼ਨੋਈ ਨੇ ਜਾਨ ਨੂੰ ਖਤਰਾ ਦੱਸਿਆ ਸੀ, ਇੱਕ ਪਟੀਸ਼ਨ ਦਾਇਰ ਕੀਤੀ ਸੀ। ਭਾਵੇਂ ਕਿ ਬਾਅਦ ਦੇ ਵਿੱਚ ਮਾਨਯੋਗ ਅਦਾਲਤ ਨੇ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਪੁੱਛਿਆ ਸੀ ਕਿ ਨਾ ਤੂੰ ਹਾਲੇ ਉਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ, ਨਾ ਤੇਰਾ ਕੋਈ ਪ੍ਰੋਡਕਸ਼ਨ ਵਾਰੰਟ ਲਿਆ ਗਿਆ, ਤੇਰੀ ਜਾਨ ਨੂੰ ਖਤਰਾ ਕਿਉਂ? ਉਹਦੇ ਤੋਂ ਬਾਅਦ 2 ਹੋਰ ਗੈਂਗਸਟਰ, ਬੀਤੇ ਦਿਨ ਤੁਹਾਨੂੰ ਦੱਸਿਆ ਸੀ ਕਿ ਜੱਗੂ ਭਗਵਾਨਪੁਰੀਆ ਤੇ ਅਮਿਤ ਡਾਗਰ ਨੇ ਵੀ ਆਪਣੀ ਜਾਨ ਨੂੰ ਹੁਣ ਖਤਰਾ ਦੱਸਿਆ ਤੇ ਸੁਰੱਖਿਆ ਦੇਣ ਦੀ ਹਾਈ ਕੋਰਟ ਤੋਂ ਮੰਗ ਕੀਤੀ ਹੈ। ਹਾਈ ਕੋਰਟ ਦੀ ਇੱਕ ਬੈਂਚ ਨੇ ਕੱਲ੍ਹ ਸੋਮਵਾਰ ਵਾਲੇ ਦਿਨ ਦੋਵਾਂ ਪਟੀਸ਼ਨਾਂ 'ਤੇ ਸੁਣਵਾਈ ਕੀਤੀ। ਜੱਗੂ ਭਗਵਾਨਪੁਰੀਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਇਸ ਵਕਤ ਬੰਦ ਹੈ। ਉਹ ਕਹਿੰਦੇ ਭਾਈ ਜੇ ਪਟੀਸ਼ਨ ਪਾਉਣੀ ਹੈ ਤਾਂ ਦਿੱਲੀ ਪਾ। ਅਦਾਲਤ ਨੇ ਪਟੀਸ਼ਨ ਖਾਰਜ ਕਰ ਦਿੱਤੀ ਹੈ ਕਿ ਤਿਹਾੜ ਜੇਲ੍ਹ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ। ਅਸਲ ਦੇ ਵਿੱਚ ਇਹ ਪਟੀਸ਼ਨ ਜੱਗੂ ਭਗਵਾਨਪੁਰੀਆ ਦੀ ਮਾਤਾ ਜੀ ਨੇ ਪਾਈ ਸੀ ਕਿ ਉਹਦੇ ਪੁੱਤਰ ਦੀ ਜਾਨ ਨੂੰ ਖਤਰਾ ਹੈ, ਬੁਲਟ ਪ੍ਰੂਫ ਜੈਕਟ ਜਾਂ ਗੱਡੀ ਉਸ ਨੂੰ ਦਿੱਤੀ ਜਾਵੇ, ਮੁਹੱਈਆ ਕਰਵਾਈ ਜਾਵੇ। ਤੇ ਦੂਸਰੇ ਪਾਸੇ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਗੈਂਗਸਟਰ ਅਮਿਤ ਡਾਗਰ। ਇਸੇ ਤਰ੍ਹਾਂ ਦੀ ਮੰਗ ਉਹਨੇ ਵੀ ਹਾਈ ਕੋਰਟ ਤੋਂ ਕੀਤੀ ਹੈ ਕਿ ਜਦੋਂ ਉਸ ਨੂੰ ਟ੍ਰਾਇਲ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨ ਦੀ ਸਲਾਹ ਦਿੱਤੀ ਗਈ ਹੈ ਕਿ ਭਾਈ ਇਹ ਜੇ ਕਰਨੀ ਹੈ ਪਟੀਸ਼ਨ ਤਾਂ ਉੱਥੇ ਤੂੰ ਆਪਣੀ ਪਟੀਸ਼ਨ ਦਾਇਰ ਕਰ ਸਕਦਾ ਹੈ। ਹੁਣ ਹਰ ਇੱਕ ਗੈਂਗਸਟਰ ਜਿਹਨੂੰ ਲੱਗਦਾ ਹੈ ਕਿ ਮੇਰੇ ਤੋਂ ਪੁੱਛ ਪੜਤਾਲ ਹੋ ਸਕਦੀ ਹੈ, ਹਰ ਕੋਈ ਕਹਿੰਦਾ ਹੈ ਕਿ ਜਾਂ ਤਾਂ ਬੁਲਟ ਪ੍ਰੂਫ ਗੱਡੀ ਮਿਲੇ ਜਾਂ ਬੁਲਟ ਪ੍ਰੂਫ ਜੈਕਟ ਮਿਲੇ ਜਦੋਂ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ। ਹੁਣ ਗੈਂਗਸਟਰ ਹਮਲਾ ਕਰਨਗੇ ਜਾਂ ਪੰਜਾਬ ਪੁਲਿਸ ਉਹਨਾਂ 'ਤੇ ਹਮਲਾ ਕਰੂਗੀ, ਇਹ ਆਪਣੇ ਆਪ ਦੇ ਵਿੱਚ ਬਹੁਤ ਟੇਢੇ ਮੇਢੇ ਜਿਹੇ ਸਵਾਲ ਨੇ। ਪਰ ਦੂਸਰੇ ਪਾਸੇ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਜੌੜਾ, ਜਿੱਥੋਂ ਦਾ ਜਗਰੂਪ ਉਰਫ ਰੂਪਾ, ਜਿਸ ਨੂੰ ਛਾਪੇਮਾਰੀ ਕਰਨ ਦੇ ਵਾਸਤੇ ਪੁਲਿਸ ਉਹਨਾਂ ਦੇ ਘਰ ਪਹੁੰਚੀ ਸੀ, ਫੜਨ ਵਾਸਤੇ ਪਹੁੰਚੀ ਸੀ, ਪਰ ਉਹਦੀ ਮਾਂ ਨੇ ਕਮਾਲ ਕਰ ਦਿੱਤੀ ਸੀ। ਉਹਦੀ ਮਾਂ ਨੇ ਬਿਆਨ ਦਿੱਤਾ ਸੀ ਕਿ ਪਹਿਲੀ ਗੱਲ ਤਾਂ 8-10 ਸਾਲ ਤੋਂ ਅਸੀਂ ਬੇਦਖਲ ਕੀਤਾ ਹੋਇਆ ਹੈ। ਦੂਸਰੀ ਗੱਲ, ਜੇ ਸੱਚਮੁੱਚ ਮੇਰੇ ਪੁੱਤਰ ਨੇ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀਆਂ ਨੇ, ਕਤਲ ਕੀਤਾ, ਤਾਂ ਮੈਂ ਕਹਿੰਦੀ ਹਾਂ ਕਿ ਮੈਨੂੰ ਉੱਕਾ ਹੀ ਅਫਸੋਸ ਨਹੀਂ ਹੋਏਗਾ
ਮੇਰੇ ਪੁੱਤਰ ਦਾ ਵੀ ਉਸ ਤਰ੍ਹਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਵੇ। ਬਹੁਤ ਵੱਡਾ ਦਿਲ ਦਿਖਾਇਆ। ਹੁਣ ਤੁਹਾਨੂੰ ਯਾਦ ਹੋਣਾ ਕਿ ਬੀਤੇ ਵਰੇ ਵਿੱਕੀ ਮਿੱਡੂ ਖੇੜਾ ਦੀ ਹੱਤਿਆ ਹੋ ਗਈ ਸੀ। ਹੁਣ ਜੱਗੂ ਭਗਵਾਨਪੁਰੀਆ ਦੀ ਮਾਤਾ ਦਾ ਕੀ ਕਹਿਣਾ ਹੈ? ਉਹ ਕਹਿੰਦੇ ਵਿੱਕੀ ਮਿੱਡੂ ਖੇੜਾ ਦੀ ਹੱਤਿਆ ਹੋ ਗਈ, ਪੁਲਿਸ ਨੂੰ ਜਦੋਂ ਕੋਈ ਕਾਮਯਾਬੀ ਮਿਲੀ ਨਾ ਤਾਂ ਉਹਨਾਂ ਨੇ ਉਹਦੇ ਪੁੱਤਰ ਦੇ ਨਾਂ ਤੇ ਇਹ ਮਾਮਲਾ ਦਰਜ ਕਰ ਦਿੱਤਾ। ਹੁਣ ਕੀ ਮਾਮਲਾ ਸੱਚਮੁੱਚ ਬਿਨਾਂ ਤੱਥਾਂ ਤੋਂ ਦਰਜ ਕੀਤਾ ਸੀ? ਉਹਦੀ ਮਾਂ ਦੇ ਅਨੁਸਾਰ ਸਿਰਫ ਤੇ ਸਿਰਫ ਉਸਦੇ ਪੁੱਤਰ ਨੂੰ ਫਸਾਉਣ ਦੀ ਸਾਜ਼ਿਸ਼ ਘੜੀ ਗਈ ਹੈ। ਹਾਲਾਂਕਿ ਉਹ ਕਹਿੰਦੀ ਉਹਨਾਂ ਦਾ ਪੁੱਤਰ ਹਰ ਇੱਕ ਮਾਮਲੇ ਦੇ ਵਿੱਚ ਕੋਈ ਵੀ ਜਾਂਚ ਹੈ, ਜਾਂਚ ਵਿੱਚ ਸ਼ਾਮਲ ਹੋਣ ਵਾਸਤੇ ਤਿਆਰ ਹੈ। ਹੁਣ ਵਿੱਕੀ ਮਿੱਡੂ ਖੇੜਾ ਦੀ ਹੱਤਿਆ ਦਾ ਜਿਹੜਾ ਮੁਲਜ਼ਮ ਹੈ ਗੈਂਗਸਟਰ ਅਮਿਤ ਡਾਗਰ, ਹੁਣ ਗੈਂਗਸਟਰ ਅਮਿਤ ਡਾਗਰ ਨੇ ਵੀ ਸੁਰੱਖਿਆ ਦੀ ਮੰਗ ਕੀਤੀ ਹੈ। ਡਾਗਰ ਦੱਸਣਾ ਬਣਦਾ ਕਿ ਇਸ ਵਕਤ ਬਠਿੰਡਾ ਜੇਲ੍ਹ ਵਿੱਚ ਬੰਦਾ ਹੈ, ਉਹਦੇ ਤੇ 20 ਤੋਂ ਵੱਧ ਅਪਰਾਧਕ ਮਾਮਲੇ ਦਰਜ ਨੇ। ਡਾਗਰ ਨੇ ਵੀ ਆਪਣੀ ਪਟੀਸ਼ਨ ਦੇ ਵਿੱਚ ਇਹੋ ਹੀ ਆਖਿਆ ਹੈ ਕਿ ਜੇਕਰ ਜੇਲ੍ਹ ਤੋਂ ਬਾਹਰ ਉਸ ਨੂੰ ਅਦਾਲਤੀ ਪੇਸ਼ੀ ਸਮੇਂ ਕਿਤੇ ਵੀ ਲੈ ਕੇ ਜਾਇਆ ਜਾਵੇ ਤਾਂ ਉਹਨੂੰ ਵੀ ਬੁਲਟ ਪ੍ਰੂਫ ਗੱਡੀ ਚਾਹੀਦੀ ਹੈ। ਪਰ ਹੁਣ ਸਵਾਲ ਇਸ ਗੱਲ ਦਾ ਹੈ ਕਿ ਕੀ ਸੱਚਮੁੱਚ ਸਿਰਫ ਗੈਂਗਸਟਰਾਂ ਦੀ ਜਾਨ ਨੂੰ ਹੀ ਖਤਰਾ ਹੈ ਜਾਂ ਆਮ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੈ? ਇਸ ਖਤਰੇ ਤੋਂ ਆਮ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕੇ? ਆ ਜਿਹੜਾ ਗੈਂਗਲੈਂਡ ਬਣਦਾ ਜਾ ਰਿਹਾ ਹੈ ਪੰਜਾਬ, ਜਾਂ ਗੈਂਗਵਾਰ ਦਾ ਖਤਰਾ ਜਿਹੜਾ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਇੱਕ ਦੂਸਰੇ ਗੈਂਗ ਵਾਲੇ ਦੂਸਰੇ ਨੂੰ ਸੋਸ਼ਲ ਮੀਡੀਆ ਤੇ ਧਮਕੀਆਂ ਦੇ ਰਹੇ ਨੇ, ਇਹ ਕਿਵੇਂ ਰੁਕਣਾ ਹੈ? ਕਿਵੇਂ ਰੋਕਿਆ ਜਾ ਸਕਦਾ ਹੈ? ਇਹ ਕਿਹਨਾਂ ਦੇ ਪਾਲੇ ਹੋਏ ਨੇ? ਕਿਉਂ ਇਸ ਤਰ੍ਹਾਂ ਧਮਕੀਆਂ ਤੇ ਉਤਾਰੂ ਹੋਏ ਨੇ? ਸੱਚਮੁੱਚ ਲੋਕਾਂ ਦੀ ਸਿਰਦਰਦੀ ਬਣਿਆ ਹੋਇਆ ਹੈ, ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਵੀ ਸਿਰਦਰਦੀ ਬਣਿਆ ਹੋਇਆ ਹੈ। ਪਰ ਅਗਲਾ ਜਿਹੜਾ ਸਵਾਲ ਹੈ ਕਿ ਇੱਕ ਪਾਸੇ ਕਤਲੋਗਾਰਤ, ਇੱਕ ਪਾਸੇ ਗੋਲੀ ਦੇ ਲੋਕ ਸਤਾਏ ਪਏ ਨੇ, ਡਰ ਹੈ, ਦਹਿਸ਼ਤ ਹੈ, ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਘੱਲੂਘਾਰਾ ਦਿਵਸ ਦੇ ਮੌਕੇ ਦੇ ਉੱਤੇ ਫਿਰ ਆਖਿਆ ਗਿਆ ਕਿ ਨੌਜਵਾਨਾਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਵੇ। ਇਸ ਬਿਆਨ ਦੀ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਨਿਖੇਧੀ ਕੀਤੀ ਹੈ। ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਉਹ ਹੈਰਾਨ ਹੈ ਕਿ ਜਥੇਦਾਰ ਦੁਨੀਆ ਤੇ ਖਾਸ ਕਰਕੇ ਸਿੱਖ ਕੌਮ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਤੁਹਾਡਾ ਸਿੱਖਾਂ ਨੂੰ ਹਥਿਆਰ ਦੇਣ ਦਾ ਮੋਹ ਇਕਮੁੱਠ ਹੋਣ ਦੀ ਸੋਚ ਤੋਂ ਵੱਖਰਾ ਹੈ। ਉਹਨਾਂ ਜਥੇਦਾਰ ਸਾਹਿਬ ਨੂੰ ਸਵਾਲ ਕੀਤਾ ਕਿ ਕੀ ਤੁਸੀਂ ਸਾਰੇ ਜਾਂ ਸਿਰਫ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰਦੇ ਹੋ? ਨਾਲ ਇਹ ਵੀ ਪੁੱਛਿਆ ਕਿ ਕੀ ਇਸ ਨਾਲ ਦੂਜਿਆਂ ਵਿੱਚ ਅਸੁਰੱਖਿਆ ਅਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਨਹੀਂ ਹੋਵੇਗੀ? ਉਹਨਾਂ ਨੇ ਇਹ ਵੀ ਪੁੱਛਿਆ ਕਿ ਕੀ ਇਹ ਪੰਜਾਬ ਵਾਸਤੇ ਚੰਗਾ ਹੈ, ਕੀ ਇਹ ਨੌਜਵਾਨਾਂ ਵਾਸਤੇ ਚੰਗਾ ਹੈ? ਉਹ ਕਹਿੰਦੇ ਸਿੱਖਾਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਦੀ ਸਲਾਹ ਤੁਸੀਂ ਉਸ ਵਕਤ ਦੇ ਰਹੇ ਹੋ ਜਦੋਂ ਪੰਜਾਬ ਦੇ ਮਸ਼ਹੂਰ ਗਾਇਕ ਕਲਾਕਾਰ ਸਿੱਧੂ ਮੂਸੇਵਾਲਾ ਦਾ ਲੋਕ ਇਸ ਵਕਤ ਸੋਗ ਮਨਾ ਰਹੇ ਨੇ। 28 ਵਰ੍ਹਿਆਂ ਦੀ ਉਮਰ ਦੇ ਵਿੱਚ ਕਾਤਲਾਂ ਨੇ ਘਰ ਦੇ ਬਿਲਕੁਲ ਨੇੜੇ ਉਹਦਾ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਉਹਨਾਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਤੁਹਾਡੀ ਹਥਿਆਰਾਂ ਦੀ ਸਿਖਲਾਈ ਬਾਰੇ ਇਹ ਗਲਤ ਸਲਾਹ ਇਸ ਵਕਤ ਬਿਲਕੁਲ ਸਹੀ ਨਹੀਂ ਜਾਪਦੀ ਜਦੋਂ ਪੰਜਾਬ ਆਪਣੇ ਇੱਕ ਮਸ਼ਹੂਰ ਪੁੱਤਰ ਮੂਸੇਵਾਲਾ ਦੀ ਮੌਤ ਦਾ ਸੋਗ ਮਨਾ ਰਿਹਾ ਹੋਵੇ, ਤੇ ਤੁਸੀਂ ਦੂਸਰੇ ਪਾਸੇ ਕਹਿੰਦੇ ਹੋ ਕਿ ਸਾਨੂੰ ਲੁਕ ਛਿਪ ਕੇ ਨਹੀਂ, ਅਸੀਂ ਖੁੱਲ੍ਹੇਆਮ ਹਥਿਆਰਾਂ ਦੀ ਸਿਖਲਾਈ ਦੇਵਾਂਗੇ। ਉਹਨਾਂ ਨੇ ਅਪੀਲ ਕੀਤੀ ਹੈ ਕਿ ਹਥਿਆਰਾਂ ਦੀ ਸਿਖਲਾਈ ਨੂੰ ਹੱਲਾਸ਼ੇਰੀ ਦੇਣ ਦੀ ਬਜਾਏ ਤੁਸੀਂ ਸ਼ਾਂਤੀ ਦਾ ਸੰਦੇਸ਼ ਦਿਓ ਜਿਸ ਨੂੰ ਸਿੱਖ ਧਰਮ ਦਰਸਾਉਂਦਾ ਹੈ, ਨਾ ਕਿ ਹਿੰਸਾ, ਕਿਉਂਕਿ ਨੌਜਵਾਨਾਂ ਨੂੰ ਆਧੁਨਿਕ ਹਥਿਆਰਾਂ ਦੀ ਸਿਖਲਾਈ ਦੇਣ ਨਾਲ ਸਿਰਫ ਹਿੰਸਾ ਹੋਵੇਗੀ। ਨਹੀਂ ਤਾਂ ਕਹਿੰਦੇ ਤੁਹਾਨੂੰ ਦੱਸਣਾ ਚਾਹੀਦਾ ਹੈ ਕਿ ਅਜਿਹੀ ਸਿਖਲਾਈ ਦਾ ਮਕਸਦ ਕੀ ਹੈ, ਕਿਉਂ ਆਖ ਰਹੇ ਹੋ? ਕੀ ਸੱਚਮੁੱਚ ਹੁਣੀ ਸਿਖਲਾਈ ਦੀ ਲੋੜ ਪੈ ਗਈ? ਇਹ ਸੱਚਮੁੱਚ ਆਮ ਲੋਕਾਂ ਦੀ ਜ਼ੁਬਾਨ 'ਤੇ ਵੀ ਸਵਾਲ ਹੈ ਕਿ ਜੇਕਰ ਅਸੀਂ ਦੁਨੀਆ ਨੂੰ ਜਿੱਤਣਾ ਹੈ, ਤਰੱਕੀ ਕਰਨੀ ਹੈ, ਤਾਂ ਸਾਡੇ ਹੱਥਾਂ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਨੇ। ਸਾਡਾ ਸੰਦੇਸ਼ ਘਰ ਘਰ ਰੁਜ਼ਗਾਰ ਦਾ ਵੀ ਹੈ ਅਤੇ ਘਰ ਘਰ ਪੜ੍ਹਾਈ ਦਾ ਵੀ ਹੈ, ਸਿੱਖਿਅਤ ਹੋਣ ਦਾ। ਜਿਹੜਾ ਬੰਦਾ ਸਿੱਖਿਅਤ ਹੈ ਨਾ, ਉਹ ਕਿਸੇ ਵੀ ਆਫਤ ਨਾਲ, ਕਿਸੇ ਵੀ ਮੁਸੀਬਤ ਨਾਲ ਲੜ ਸਕਦਾ ਹੈ। ਖੈਰ, ਹੁਣ ਵੇਖਦੇ ਹਾਂ, ਇਹਦੇ ਉੱਤੇ ਸਿਆਸਤ ਜ਼ਰੂਰ ਭਖਣੀ ਹੈ ਆਉਣ ਵਾਲੇ ਦਿਨਾਂ ਵਿੱਚ। ਤੇ ਉਧਰ ਘੱਲੂਘਾਰਾ ਦਿਵਸ ਮਨਾਇਆ ਜਾ ਰਿਹਾ ਸੀ। ਦੁਨੀਆ ਭਰ ਦੇ ਵਿੱਚੋਂ ਲੋਕ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦੇ ਨੇ। 4 ਵਰਨਾਂ ਨੂੰ ਉਪਦੇਸ਼ ਵੀ ਸਾਂਝਾ ਹੈ। ਪਰ ਉੱਥੋਂ ਇੱਕ ਮਾੜੀ ਖਬਰ ਮਿਲੀ ਹੈ ਕਿ ਸਰੋਵਰ ਦੇ ਵਿੱਚ ਇੱਕ ਵਿਅਕਤੀ ਆਪਣੇ ਮੂੰਹ ਦੇ ਵਿੱਚੋਂ ਤੰਬਾਕੂ ਕੱਢ ਕੇ ਸੁੱਟਣ ਦੀ ਕੋਸ਼ਿਸ਼ ਕਰਨ ਲੱਗਿਆ ਸੀ।
उस मौके ते सेवादारां ने मुस्तैदी दिखाई, मुस्तैद खड़े सी, नज़रां अख उन्होंने रखी हुई सी, टिकाइयां हुई सी नज़रां, ते सेवादारां ने मौके ते फड़ लिया ते बेअदबी की कोशिश करने वाले नूं रोक लिया गया। SGPC के मुलाजमां ने उन्होंने फड़ के पुलिस हवाले कर दिता ते घटना सोमवार सवेर की दसी गई है। थाणा ई डिवीजन पुलिस ने धारा 295 तहत मामला दर्ज कर लिया है। सेवादार गुरसेवक सिंह ने दस्सिया कि परिक्रमा दे विच होर सेवादार गुरप्रीत सिंह नाल उस वक्त ड्यूटी कर रहा सी। इसे दौरान उन्होंने देखा कि बेर बाबा बुढ़ा साहब के कोल अपने मूँह दे विचों तंबाकू कढ़ के एक व्यक्ति सरोवर दे विच सुੱਟਣ की कोशिश कर लगा। इस ते तुरंत असीं उहनूं फड़ लिया ते रोक दिता। इहदे तो बाद उहनूं पुलिस हवाले कर दिता गया। इस व्यक्ति का नाम जगदीश सक्सैना दस्सिया गया है। चंडीगढ़ के नेड़ले पिंड हल्लो माजरा का ਉਹ ਰਹਿਣ वाला दस्सिया गया है, जिसने तंबाकू मूँह ਵਿੱਚ पाया होया सी। हरमंदर साहब अंदर तुसीं देखो कि परिक्रमा दे विच सी। सेवादारां नूं पता लग गया तो पुलिस हवाले कर दिता तो मामला भी दर्ज हो गया। सचखंड श्री हरमंदर साहब के मैनेजर हैं सुलखण सिंह। सुलखण सिंह होरां नाल गलबात की गई तो उन्होंने जानकारी दिंदियां दस्सिया कि बिल्कुल वो व्यक्ति पिंड हल्लो माजरा का ही है। कहते सवेर के तकरीबन 9 वजे सी जदों उहनूं साडे सेवादारां ने इस तरह करन तो रोक दिता, पर वो कहते कोई भी व्यक्ति बख्शिया नहीं जाऊगा जिहड़ा गुरु घर दे विच आके किसी भी तरह की अणसुखावी घटना नूं अंजाम देण की कोशिश करेगा। पर सचमुच घटना मंदभागी है। हुण तां इह भी नहीं आख सकदे कि भाई बाहर लिख के नहीं लाया। आपां बीते दिनों दे विच आखिया सी कि SGPC बाहर लिख के लावे, हुण तां सब कुछ लिख के भी लाया होया है कि सचमुच ये लोग अणजाण ने, बिल्कुल अणजाण नहीं। सचमुच आपां नूं भी पता कि उस पवित्र सरोवर दे विच लोकां दे दुख टुटदे है, पर जिहड़ा व्यक्ति हरमंदर साहब नतमस्तक होण गया कि उसनूं इस गल दा इल्म नहीं कि तंबाकू, सिगरट जां नशीले पदार्थ परिक्रमा दे विच लैके जाण दी मनाही है। पर वेखो कि पुछ पड़ताल दे विच की दसदा है कि जाणे अणजाणे च होया जां इह जाण बुੱਝ के कीता गया। ते अगली खबर है कि पंजाब दे विचों भ्रिष्टाचार नूं खत्म करने वास्ते बीते प्रोग्रामां विच आपां भी कहंदे रहे हां कि असल दे विच बहुत सारा सिस्टम है जिहड़ा ऑनलाइन कीता जा सकदा ते भ्रिष्टाचार काफ़ी हद तक रोकिया जा सकदा है। तो हुण पंजाब दे मुख मंत्री भगवंत मान ने माल विभाग दे विच ई प्रणाली बारे जिहड़े सुधार कीते जाने सी उन्हां नूं प्रवानगी दे दित्ती है। मुख मंत्री मान ने पंजाब दे माली विभाग दे विच जां माल विभाग च आखां उहदे विच जिहड़ी लुੱਟ हो रही है, मालीए दी लुੱਟ हो रही है, उहनूं रोकण दे वास्ते दस्ती अस्टाम पेपरां नूं खत्म करन दी प्रवानगी दित्ती है। जिस दा भाव इह कि हुण किसी भी मुੱਲ दा अस्टाम विक्रेता जां पंजाब सरकार वालों अधिकारत बैंकों तो ई स्टैंप भाव कंप्यूटराइज्ड प्रिंट आउट राहीं प्राप्त किया जा सकिया करेगा। उन्होंने दस्सिया कि इस कदम नाल अस्टाम प्राप्त करने विच आम लोगों को आउण वाली परेशानी भी घटू, अस्टामां दे नाल संबंधित धोखाधड़ियां नूं भी नत्थ पऊ। मुख मंत्री ने आख्या कि माल महकमे की समीक्षा मीटिंग के दौरान विभाग ने रिकॉर्ड इंटरनेट पर पा दिता है। उन्होंने यह भी दस्सिया कि जिहड़ी खसरा गिरदावरी की ऑनलाइन रिकॉर्डिंग की भी प्रवानगी दे दी है, जिहदे नाल विभाग के वलों मोबाइल ऐप ते वैबसाइट भी विकसित कर दी है। उहदे ते पटवारियां दे वलों खसरा गिरदावरी दर्ज की जा रही है अते माल अफसरां दे वलों पंजाब माल रिकॉर्ड नियमावली दीआं प्रवानत तजवीज़ां के मुताबिक गिरदावरी की पड़ताल भी की जा सकती है। उन्होंने ये भी दस्सिया कि नैशनल ई गवर्नेंस सर्विसिज लिमिटेड के राहीं 5 होर खास सहूलतां ने वो भी ऑनलाइन कर दित्तियां गईयां ने, जिस दे विच कर्जे गिरजी एग्रीमेंट ऑफ प्लैज, हल्फनामे जां घोषणा पत्र प्रनोट, ये सारा कुछ सीधे कंप्यूटर के राहीं हुण प्राप्त किया जा सकेगा। भाव तुहानूं लाइनां विच जाके लगण की लोड़ नहीं पैणी। आउण वाले दिनां दे विच जेकर सचमुच पंजाब सरकार सुहिरद है तो लोग सुहिरद ने, ये बहुत सारे काम ने जिहड़े ऑनलाइन किए जा सकते हैं, जिस दे नाल जिहड़ा विचोला जिहड़ा तुहाडे कोलों रिश्वत की मंग करदा है, तुहानूं दफ्तरां दे विच खज्जल करदा है, लगदा है कि उन्हां नूं भी नत्थ पै जू ते लोकां दी खज्जल खुआरी दे नाल नाल रिश्वतखोरी नूं भी नत्थ पऊ। पर आ जिहड़ी अगली खबर है ये भी माल विभाग दे नाल जुड़ी हुई है। पंजाब सरकार माल ते पुनर्वास विभाग ने एक पत्र जारी किया है। ये चिट्ठी जारी करके माल अधिकारियों ते कर्मचारियों की हड़ताल नूं गैर कानूनी ऐलान दिता है।
ਮਾਲ ਤੇ ਪੁਨਰਵਾਸ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਤੇ ਪੱਤਰ ਜਾਰੀ ਕਰਦਿਆਂ ਉਸ ਦੇ ਵਿੱਚ ਲਿਖ ਦਿੱਤਾ ਗਿਆ ਹੈ ਕਿ ਜ਼ਿਲ੍ਹਿਆਂ ਦੇ ਸਮੂਹ ਮਾਲ ਅਧਿਕਾਰੀਆਂ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਤੁਰੰਤ ਆਪੋ ਆਪਣੀ ਡਿਊਟੀ ਤੇ ਹਾਜ਼ਰ ਹੋ ਜਾਣ, ਕਿਉਂਕਿ ਪੰਜਾਬ ਸਰਕਾਰ ਨੇ ਉਹਨਾਂ ਦੀ ਹੜਤਾਲ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਮਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹੜਤਾਲ ਕਾਰਨ ਦਫ਼ਤਰੀ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਦੇ ਸਮੇਂ ਦੇ ਦੌਰਾਨ ਜਿਹੜੇ ਹੜਤਾਲ ਵਾਲੇ ਕਰਮਚਾਰੀ ਜਾਂ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਕੋਈ ਕੰਮ ਨਹੀਂ ਕੀਤਾ ਗਿਆ, ਇਸ ਲਈ ਨੋ ਵਰਕ ਨੋ ਪੇ ਦੇ ਸਿਧਾਂਤ ਅਨੁਸਾਰ ਉਹਨਾਂ ਨੂੰ ਤਨਖਾਹ ਨਹੀਂ ਦਿੱਤੀ ਜਾਊ ਅਤੇ ਹੜਤਾਲ ਦੇ ਦੌਰਾਨ ਦਫ਼ਤਰ ਵਿੱਚ ਹਾਜ਼ਰ ਨਾ ਹੋਣ ਦੇ ਸਮੇਂ ਨੂੰ ਸਰਵਿਸ ਵਿੱਚ ਬ੍ਰੇਕ ਮੰਨਿਆ ਜਾਏਗਾ। ਹੁਣ ਇਹ ਅਧਿਕਾਰਤ ਤੌਰ ਤੇ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਇੰਜ ਹੋਇਆ ਸੀ ਕਿ ਉਹਨਾਂ ਦੀਆਂ ਸੇਵਾਵਾਂ ਹੀ ਖਤਮ ਕਰ ਦਿੱਤੀਆਂ ਗਈਆਂ ਸਨ। ਪਰ ਦੂਸਰੇ ਪਾਸੇ ਲੋਕਤੰਤਰ ਇਹ ਆਮ ਅਧਿਕਾਰੀਆਂ ਨੂੰ, ਲੋਕਾਂ ਨੂੰ, ਅਫਸਰਾਂ ਨੂੰ, ਹਰ ਇੱਕ ਨੂੰ ਹੱਕ ਦਿੰਦਾ ਹੈ ਕਿ ਜੇਕਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਨਾਲ ਧੱਕਾ ਹੁੰਦਾ ਹੈ ਪਰ ਜਾਇਜ਼ ਹੋਵੇ, ਨਜਾਇਜ਼ ਨਾ ਹੋਵੇ, ਤਾਂ ਉਹ ਲੋਕਤੰਤਰ ਦੇ ਵਿੱਚ ਹੜਤਾਲ, ਰੋਸ ਰੈਲੀਆਂ, ਧਰਨੇ, ਮੁਜ਼ਾਹਰੇ ਕਰ ਸਕਦੇ ਹੈ। ਪਰ ਪੰਜਾਬ ਸਰਕਾਰ ਦੇ ਇਸ ਪੱਤਰ ਨੇ, ਇਸ ਸਖਤੀ ਨੇ ਕੁਝ ਉਹਨਾਂ ਲੋਕਾਂ ਨੂੰ ਚੇਤਾਵਨੀ ਜ਼ਰੂਰ ਦੇ ਦਿੱਤੀ ਹੈ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਤੇ ਪ੍ਰੈਸ਼ਰ ਬਣਾਉਣ ਦੇ ਵਾਸਤੇ ਆ ਹੜਤਾਲਾਂ, ਆ ਧਰਨੇ ਲਾਉਣ ਦੇ ਬਾਬਤ ਸੋਚ ਵਿਚਾਰ ਕਰ ਰਹੇ ਸੀ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਹੁਣ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।